ਸਚੈ ਥਾਨ ਵਸੈ ਨਿਰੰਕਾਰਾ। ਆਪ ਪਛਾਣੈ ਸ਼ਬਦ ਵਿਚਾਰਾ। ਸਚੈ ਥਾਨ ਵਸੈ ਨਿਰੰਕਾਰਾ। ਆਪ ਪਛਾਣੈ ਸ਼ਬਦ ਵਿਚਾਰਾ। ਸਚੈ ਮਹਲ ਨਿਵਾਸ ਨਿਰੰਤਰ। ਆਵਣ ਜਾਣ ਚੁਕਾਇਆ। ਨਾ ਮਨ ਚਲੈ ਨਾ ਪੌਣ ਉਡਾਵੈ। ਜੋਗੀ ਸ਼ਬਦ ਅਨਾਹਦ ਵਾਵੈ। ਪੰਚ ਸ਼ਬਦ ਚੁਣਕਾਰ ਨਿਰਾਲਮ। ਪ੍ਰਭ ਆਪੇ ਵਾਏ ਸੁਣਾਇਆ। ਨਾ ਮਨ ਚਲੈ ਨਾ ਪੌਣ ਉਡਾਵੈ। ਜੋਗੀ ਸ਼ਬਦ ਅਨਾਹਦ ਵਾਵੈ। ਪੰਚ ਸ਼ਬਦ ਚੁਣਕਾਰ ਨਿਰਾਲਮ। ਪ੍ਰਭ ਆਪੇ ਵਾਏ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਬਹੁਤ ਹੀ ਵਡਭਾਗੇ ਹੋ। ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਬਿਰਾਜ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਪਵਿੱਤਰ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਪਾਵਨ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚਨਾ ਤੋਂ ਮਾਰੂ ਰਾਗ ਵਿੱਚ ਉਚਾਰਨ ਕੀਤੇ ਹੋਏ ਬਚਨ ਮਹਾਰਾਜ ਦੇ ਪਾਵਨ ਪੰਨਾ 1040 ਤੇ ਦਰਜ ਹੈ। ਸੋ ਸ਼ਬਦ ਦੀ ਆਰੰਭਤਾ ਵਿੱਚ ਹਜ਼ੂਰ ਨੇ ਬਚਨ ਉਚਾਰਨ ਕੀਤੇ ਹਨ। ਸੱਚੈ ਥਾਨ
ਵਸੈ ਨਿਰੰਕਾਰਾ। ਹਰ ਕੌਮ ਵਿੱਚ ਸੁਪਰੀਮ ਪਾਵਰ ਵਾਸਤੇ ਕੁਝ ਰਿਜ਼ਰਵ ਸ਼ਬਦ ਹੁੰਦੇ ਨੇ। ਜਿਸ ਪ੍ਰਕਾਰ ਇਸਲਾਮ ਵਿੱਚ ਖੁਦਾ ਹੈ, ਅੱਲਾ ਹੈ, ਹਿੰਦੂਇਜ਼ਮ ਵਿੱਚ ਉਹ ਈਸ਼ਵਰ ਸ਼ਬਦ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਰਤਾਰ, ਨਿਰੰਕਾਰ, ਅਕਾਲ ਪੁਰਖ, ਵਾਹਿਗੁਰੂ ਇਤਿਆਦਿ ਸ਼ਬਦ ਉਸ ਸੁਪਰੀਮ ਪਾਵਰ ਵਾਸਤੇ ਗੁਰਬਾਣੀ ਵਿੱਚ ਜ਼ਿਆਦਾ ਵਰਤਦੇ ਨੇ। ਉਂਝ ਤੇ ਬੇਅੰਤ ਨਾਮ ਨੇ, ਕਿਉਂਕਿ ਕਿਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰਬਲਾ। ਸੋ ਨਿਰੰਕਾਰ, ਜਿਸ ਦਾ ਕੋਈ ਆਕਾਰ ਨਹੀਂ ਹੈ, ਕੋਈ ਲੰਬਾਈ ਨਹੀਂ, ਕੋਈ ਚੜਾਈ ਨਹੀਂ, ਕੋਈ ਮੋਟਾਈ ਨਹੀਂ, ਧਵਨੀ ਹੈ, ਸ਼ਬਦ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਔਰ ਧਵਨੀ ਦਾ ਕੋਈ ਸਰੂਪ ਨਹੀਂ ਹੁੰਦਾ, ਆਕਾਰ ਨਹੀਂ ਹੁੰਦਾ। ਸੋ ਇੱਕ ਤੇ ਹਜ਼ੂਰ ਇਹ ਬਖਸ਼ਿਸ਼ ਕਰ ਰਹੇ ਨੇ ਕਿ ਉਸ ਦਾ ਕੋਈ ਆਕਾਰ ਨਹੀਂ, ਔਰ ਦੂਸਰੀ ਬਖਸ਼ਿਸ਼ ਕਰ ਰਹੇ ਨੇ ਸੱਚਾ ਥਾਨ, ਉਸ ਦਾ ਟਿਕਾਣਾ ਸਦਾ ਥਿਰ ਹੈ। ਕਿਉਂਕਿ ਬਾਕੀ ਦੇ ਜਿਹੜੇ ਟਿਕਾਣੇ ਨੇ ਉਹ ਸਦਾ ਥਿਰ ਨਹੀਂ, ਉਹ ਬਣਦੇ ਤੇ ਬਿਨਸਦੇ ਰਹਿੰਦੇ ਨੇ। ਸਾਡੀ ਪ੍ਰਿਥਵੀ ਦੇ ਸੰਬੰਧ ਵਿੱਚ ਵੀ ਭੂਗੋਲ ਵਿਗਿਆਨੀ ਕਹਿੰਦੇ ਨੇ ਵੀ ਜਿੱਥੇ ਹੁਣ ਬਹੁਤ ਵੱਡੇ ਵੱਡੇ ਪਹਾੜ ਨੇ, ਕਦੀ ਉੱਥੇ ਬਹੁਤ ਡੂੰਘੇ ਸਮੁੰਦਰ ਹੁੰਦੇ ਸਨ, ਔਰ ਜਿੱਥੇ ਹੁਣ ਸਮੁੰਦਰ ਨੇ ਉੱਥੇ ਕਦੀ ਰੇਗਿਸਤਾਨ ਸੀ। ਜਿੱਥੇ ਹੁਣ ਮੈਦਾਨੀ ਇਲਾਕੇ ਨੇ ਉੱਥੇ ਕਦੀ ਸਾਗਰ ਹੁੰਦਾ ਸੀ। ਔਰ ਭਵਿੱਖ ਵਿੱਚ ਵੀ ਇਹ ਭੂਗੋਲਿਕ ਪ੍ਰਸਥਿਤੀਆਂ ਬਦਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਇੱਥੋਂ ਤੱਕ ਵੀ ਸਾਡੀ ਪ੍ਰਿਥਵੀ ਗਲੋਬਲ ਦੇ ਆਕਾਰ ਦੇ ਕਈ ਗ੍ਰਹਿ ਔਰ ਉਪਗ੍ਰਹਿ ਬ੍ਰਹਿਮੰਡ ਵਿੱਚ ਹਰ ਵਕਤ ਬਿਨਸ ਰਹੇ ਨੇ ਔਰ ਨਵੇਂ ਕ੍ਰੀਏਟ ਹੋ ਰਹੇ ਨੇ। ਸਾਇੰਸਦਾਨਾਂ ਦਾ ਇਹ ਮੰਨਣਾ ਹੈ ਵੀ ਜਿੱਥੋਂ ਤੱਕ ਸਾਡੀ ਨਿਗਾਹ ਜਾਂਦੀ ਹੈ ਅਸੀਂ ਉੱਥੋਂ ਤੱਕ ਦੱਸ ਰਹੇ ਹਾਂ, ਔਰ ਜਿੱਥੋਂ ਤੱਕ ਅਜੇ ਸਾਡੀਆਂ ਦੂਰਬੀਨਾਂ ਕੰਮ ਨਹੀਂ ਕਰਦੀਆਂ ਉਹ ਤੇ ਅਸੀਂ ਅਜੇ ਮੈਂਸ਼ਨ ਹੀ ਨਹੀਂ ਕਰ ਰਹੇ। ਸੋ ਇਹ ਪਾਸਾਰਾ ਬਹੁਤ ਲੰਬਾ ਚੌੜਾ ਹੈ, ਬਹੁਤ ਵੱਡਾ ਪਾਸਾਰਾ ਹੈ। ਜਿਸ ਪ੍ਰਕਾਰ ਵਾਹਿਗੁਰੂ ਆਪ ਬੇਅੰਤ ਹੈ, ਸਾਧ ਸੰਗਤ ਉਸ ਦਾ ਪਾਸਾਰਾ ਜੋ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਹੈ, ਉਸ ਦਾ ਆਪਣਾ ਪਾਸਾਰਾ ਵੀ ਬਹੁਤ ਬੇਅੰਤ ਹੈ। ਸੋ ਇਹ ਉਸ ਦੀ ਜੋ ਕਿਰਤ ਹੈ, ਜੋ ਉਸ ਦੀ ਰਚਨਾ ਹੈ, ਇਹ ਬਣਦੀ ਰਹਿੰਦੀ ਹੈ ਤੇ ਬਿਨਸਦੀ ਰਹਿੰਦੀ ਹੈ। ਪਰ ਨਿਰੰਕਾਰ ਸਦਾ ਥਿਰ ਹੈ, ਉਸ ਦਾ ਮੁਕਾਮ, ਉਸ ਦਾ ਟਿਕਾਣਾ ਵੀ ਸਦਾ ਥਿਰ ਹੈ। ਬਾਕੀ ਸਭ ਕੁਝ ਘਟ ਰਿਹਾ। ਘਟੰਤ ਸਸਿਅਰ ਸੂਰ ਨਖੇਤਰ, ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਹਜ਼ੂਰ ਫਰਮਾਨ ਕਰਦੇ ਨੇ ਵੀ ਸੂਰਜ ਘਟ ਰਿਹਾ ਹੈ, ਚੰਦਰਮਾ ਘਟ ਰਿਹਾ ਹੈ, ਔਰ ਦਿਸਦਾ ਸਾਰਾ ਨਿਜ਼ਾਮ ਜਿਹੜਾ ਹੈ ਮਨਫੀ ਹੋ ਰਿਹਾ ਹੈ। ਜੋ ਬਣਿਆ ਹੈ ਉਹ ਇੱਕ ਦਿਨ ਭੱਜੇਗਾ ਵੀ। ਆਪ ਪਛਾਣੇ ਸਰਬ ਵਿਚਾਰਾ, ਉਹ ਵਾਹਿਗੁਰੂ ਆਪ ਹੀ ਆਪਣੇ ਆਪੇ ਦੀ ਪਛਾਣ ਕਰਦਾ ਹੈ।
ਔਰ ਸੱਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ। ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਦਾ ਥਿਰ ਟਿਕਾਣਾ ਹੈ, ਜੋ ਗੁਰੂ ਦੇ ਸ਼ਬਦ ਦੇ ਮਾਧਿਅਮ ਨਾਲ ਇਸ ਵਿਚਾਰ ਨੂੰ ਸਮਝ ਲੈਂਦਾ ਹੈ। ਕਿਸ ਵਿਚਾਰ ਨੂੰ ਸਮਝ ਲੈਂਦਾ ਹੈ? ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਤੇ ਕਿ ਸਦੀਵੀ ਅਵਿਨਾਸ਼ੀ ਅਕਾਲ ਪੁਰਖ ਹੈ, ਬਾਕੀ ਜੋ ਵੀ ਦਿਸਦਾ ਹੈ ਸਭ ਨਾਸ਼ਵੰਤ ਹੈ। ਉਸ ਨਾਸ਼ਵੰਤ ਨਾਲ ਅਸੀਂ ਫਿਰ ਪਕੜ ਬਣਾ ਲੈਂਦੇ ਹਾਂ ਨਾ। ਹਜ਼ੂਰ ਬਾਣੀ ਚੁੰਝ ਤੇ ਬੇਅੰਤ ਬਚਨ ਕਰਦੇ ਨੇ। ਚਲੋ ਇੱਕ ਬਚਨ ਮੈਂ ਤੁਹਾਡੇ ਨਾਲ ਇਸ ਸੰਦਰਭ ਸਾਂਝਾ ਕਰਾਂ। ਜਗ ਜੀਵਨ ਐਸਾ ਸੁਪਨੇ ਜੈਸਾ। ਇਹ ਜਿਹੜਾ ਜਗਤ ਹੈ ਇਹ ਸੁਪਨਾ ਹੈ। ਤੁਸੀਂ ਕਹੋਗੇ ਵੀ ਇਹ ਕਿਹੜੀ ਨਵੀਂ ਗੱਲ ਹੈ, ਤੇ ਰੋਜ਼ ਸੁਣਨੇ ਆ, ਰੋਜ਼ ਸੁਣਾਉਂਦੇ ਆ। ਜਗ ਰਚਨਾ ਸਭ ਝੂਠ ਹੈ। ਜੋ ਸੁਪਨਾ ਅਰ ਪੇਖਨਾ ਤੈਸੇ ਜਗ ਕੋ ਜਾਨ। ਪਰ ਪ੍ਰੇਮਿਓ ਰਤਾ ਕੋ ਗਉ ਨਾਲ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਇਹ ਹੈ ਵੀ ਜਦੋਂ ਅਸੀਂ ਆਰਾਮ ਕਰਨੇ ਆ, ਨਿਦਰਾ ਵਸ ਹੁੰਨੇ ਆ, ਸੁਪਨਾ ਆਉਂਦਾ ਹੈ ਤੇ ਅਸੀਂ ਸਵੇਰੇ ਕਿਸੇ ਨਾ ਕਿਸੇ ਨਾਲ ਸ਼ੇਅਰ ਕਰਨੇ ਆ। ਫਾਰ ਐਗਜ਼ਾਮਪਲ, ਸੁਪਨੇ ਵਿੱਚ ਕਿਸੇ ਦੀ ਲਾਟਰੀ ਨਿਕਲ ਗਈ ਹੈ। ਸਵੇਰੇ ਉੱਠੇ ਆ, ਸਰੀਰਕ ਕਿਰਿਆਵਾਂ ਕਰਕੇ ਤੇ ਵੱਡਾ ਸਾਰਾ ਸੂਟਕੇਸ ਲੱਭ ਕੇ ਡਿੱਗੀ 'ਚ ਰੱਖ ਕੇ ਤੇ ਦੋਸਤਾਂ ਨੂੰ ਤੇ ਇਕੱਠਾ ਨਹੀਂ ਨਾ ਕਰਦੇ ਵੀ ਚਲੋ ਬੈਂਕ 'ਚ ਮੇਰੇ ਨਾਲ ਲਾਟਰੀ ਨਿਕਲੀ, ਆਪਾਂ ਕੈਸ਼ ਲੈ ਕੇ ਆਵੀਏ। ਕਿਉਂ ਨਹੀਂ ਕਰਦੇ? ਕਿਉਂਕਿ ਪਤਾ ਵੀ ਸੁਪਨਾ ਹੈ, ਹਕੀਕਤ ਵਿੱਚ ਲਾਟਰੀ ਨਹੀਂ ਨਿਕਲੀ, ਸੁਪਨੇ ਵਿੱਚ ਨਿਕਲੀ ਹੈ ਨਾ। ਜਿਹੜਾ ਅਸੀਂ ਸੌਂ ਕੇ ਦੇਖਦੇ ਹਾਂ ਸੁਪਨਾ, ਉਹਨੂੰ ਅਸੀਂ ਮੰਨ ਲੈਂਦੇ ਹਾਂ ਵੀ ਸੁਪਨਾ ਹੈ। ਪਰ ਜਿਹੜਾ ਅਸੀਂ ਜਾਗਦੇ ਹੋਏ, ਸਰੀਰਕ ਤੌਰ ਤੇ ਜਾਗਦੇ ਹੋਏ ਸੁਪਨਾ ਵੇਖ ਰਹੇ ਹਾਂ, ਇਸ ਸੁਪਨੇ ਨੂੰ ਅਸੀਂ ਸੁਪਨਾ ਕਹਿੰਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਮੰਨਦੇ ਨਹੀਂ। ਹਜ਼ੂਰ ਕਹਿੰਦੇ ਨੇ ਜਗ ਜੀਵਨ ਐਸਾ। ਮਹਾਰਾਜ ਜਗ ਜੀਵਨ ਕੈਸਾ? ਹਜ਼ੂਰ ਕਹਿੰਦੇ ਨੇ ਸੁਪਨੇ ਜੈਸਾ। ਤੁਹਾਡੇ ਸਾਡੇ ਸਾਹਮਣੇ ਕਿੰਨੇ ਫਿਊਨਲ ਹੁੰਦੇ ਨੇ ਵੀ ਅੱਜ ਫਲਾਣੇ ਗੁਰਦੁਆਰੇ ਫਲਾਣੇ ਦਾ ਫਿਊਨਲ ਹੈ, ਉੱਥੇ ਬਈ ਜਾਣਾ ਹੈ, ਪਰਿਵਾਰ ਨਾਰਾਜ਼ ਹੋ ਜਾਏਗਾ। ਜਾਣਾ ਵੀ ਚਾਹੀਦਾ। ਸਿਆਣੇ ਕਹਿੰਦੇ ਨੇ ਵੀ ਕਿਸੇ ਦੀ ਗਮੀ ਵਿੱਚ, ਅਫਸੋਸ ਵਿੱਚ 100 ਲੋਕ ਇਕੱਠੇ ਹੋ ਜਾਣ ਤੇ ਗਮ 100 ਜਗ੍ਹਾ ਤੇ ਵੰਡਿਆ ਜਾਂਦਾ ਹੈ, ਔਰ ਕਿਸੇ ਦੀ ਖੁਸ਼ੀ ਵਿੱਚ 100 ਲੋਕ ਇਕੱਠੇ ਹੋ ਜਾਣ ਤੇ ਖੁਸ਼ੀ 100 ਗੁਣਾ ਹੋਰ ਜ਼ਿਆਦਾ ਵੱਧ ਜਾਂਦੀ ਹੈ। ਜਾਣਾ ਚਾਹੀਦਾ ਹੈ, ਅਸੀਂ ਸਮਾਜ ਦਾ ਹਿੱਸਾ ਹਾਂ। ਕਬੀਰ ਸਾਹਿਬ ਕਹਿੰਦੇ ਨੇ ਜਗ ਜੀਵਨ ਐਸਾ। ਇਹਦੇ 'ਚ 2 ਵਾਰਾਂ ਜਗ ਜੀਵਨ ਆਵੇਗਾ। ਪਹਿਲੇ ਜਗ ਜੀਵਨ ਨੂੰ ਨਿਖੇੜ ਕੇ ਪੜ੍ਹਨਾ ਹੈ, ਲਾਸਟ ਵਾਲੇ ਨੂੰ ਇਕੱਠਾ ਪੜ੍ਹਨਾ ਹੈ। ਜਗ ਜੀਵਨ ਐਸਾ, ਜਗ ਜੀਵਨ ਕੈਸਾ? ਹਜ਼ੂਰ ਕਹਿੰਦੇ ਨੇ ਸੁਪਨੇ ਜੈਸਾ। ਜੀਵਨ ਸੁਪਨ ਸਮਾਨੰ। ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨੰ। ਅਸੀਂ ਇਹਨੂੰ ਸੱਚ ਸਮਝ ਕੇ, ਸਦਾ ਥਿਰ ਰਹਿਣ ਵਾਲਾ ਸਮਝ ਕੇ ਪੱਕੀ ਗੰਢ ਦੇ ਲਈਏ ਤੇ ਪਰਮ ਨਿਧਾਨ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਹੈ, ਵਾਹਿਗੁਰੂ ਹੈ, ਉਹਨੂੰ ਅਸੀਂ ਛੱਡ ਦਿੱਤਾ। ਅਸੀਂ ਛੱਡ ਦਿੱਤਾ ਮੀਨਸ ਇਹ ਨਹੀਂ ਵੀ ਤੁਸੀਂ ਜਿਹੜੇ ਚੌਂਕੜੀਆਂ ਮਾਰ ਕੇ ਹਜ਼ੂਰ ਦੇ ਸਾਹਮਣੇ ਬੈਠੇ ਹੋ ਤੁਸੀਂ ਛੱਡ ਦਿੱਤਾ। ਸੈਂਸ ਬਹੁਤ ਘੱਟ ਲੋਕਾਂ ਨੂੰ ਛੱਡ ਕੇ ਬਹੁਤਾਤ ਲੋਕਾਂ ਨੂੰ ਨਿਰੰਕਾਰ ਵਿਸਰ ਗਿਆ। ਉਹ ਕਹਿੰਦੇ ਇਹ ਜੱਗ ਮਿੱਠਾ ਅੱਗਾ ਕਿਨ ਡਿੱਠਾ। ਸਾਡੇ ਵਰਗਿਆਂ ਨੂੰ ਤੇ ਸ਼ਦਾਈ ਕਹਿੰਦੇ ਨੇ। ਕਹਿੰਦੇ ਧਰਮ ਜਿਹੜਾ ਅਫੀਮ ਦੇ ਨਸ਼ੇ ਵਰਗਾ, ਇਹਨਾਂ ਨੂੰ ਇਹ ਨਸ਼ਾ ਲੱਗ ਗਿਆ। ਸਜਣਾ ਸਾਨੂੰ ਇਹ ਨਸ਼ਾ ਮੁਬਾਰਕ ਹੈ, ਇਹਦੇ 'ਚ ਬੜਾ ਮਜ਼ਾ ਹੈ। ਸਾਨੂੰ ਇਹ ਨਸ਼ਾ ਲੱਗਾ ਰਹਿਣ ਦੇ, ਇਹਦੇ 'ਚ ਲੁਤਫ ਬੜਾ ਹੈ। ਇਹ ਗੁਰਬਾਣੀ ਨਿੱਤ ਸਾਨੂੰ ਕੁਕਰਮਾਂ ਤੋਂ ਰੋਕਦੀ ਹੈ। ਹੁਣ ਲੋਕੀ ਟੋਬੈਕੋ ਬਾਰੇ ਰੌਲਾ ਪਾ ਰਹੇ ਨੇ। ਸਾਡੇ ਬਾਪੂ ਨੇ ਕਈ ਸਦੀਆਂ ਪਹਿਲਾਂ ਕਿਹਾ ਬੜੀ ਨਾਮਰਾਦ ਚੀਜ਼ ਹੈ ਤੰਬਾਕੂ।
ਹੁਣ ਲੋਕੀ ਰੌਲਾ ਪਾਉਂਦੇ ਨੇ ਅਵੈਧ ਸੰਬੰਧਾਂ ਬਾਰੇ, ਅਸਾਧ ਬਿਮਾਰੀਆਂ ਲੱਗਦੀਆਂ ਨੇ। ਕਈ ਸਦੀਆਂ ਪਹਿਲਾਂ ਸਾਡੇ ਬਾਪੂ ਨੇ ਆਖਿਆ ਵੀ ਨਹੀਂ ਸਿੱਖਾ, ਇਹ ਤੇਰਾ ਕੰਮ ਨਹੀਂਗਾ। ਇਹ ਵਿਗਿਆਨਕ ਯੁੱਗ ਦਾ ਧਰਮ ਹੈ, ਕਹਿਣ ਮਾਤਰ ਨਹੀਂ, ਸੱਚੀ ਮੁੱਚੀ। ਇਹ ਸਾਡੇ ਕਰਮ ਚੰਗੇ ਵੀ ਸਾਨੂੰ ਮਨੁੱਖਾ ਜਨਮ ਮਿਲਿਆ, ਫਿਰ ਸਿੱਖਾਂ ਦੇ ਘਰ ਜਨਮ ਮਿਲਿਆ। ਦੂਜੀਆਂ ਕੌਮਾਂ ਵੀ ਅੱਛੀਆਂ ਨੇ, ਉਹਨਾਂ ਦੀ ਵਿਚਾਰਧਾਰਾ ਵੀ ਅੱਛੀ ਹੈ, ਪਰ ਦਰਜਾ ਬਦਰਜਾ ਫਰਕੋ ਫਰਕੀ ਹੁੰਦੀ ਹੈ ਨਾ ਜੀ। ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨੰਗ, ਅਸੀਂ ਇਸ ਅਸਾਰ ਸੰਸਾਰ ਨੂੰ ਘੁੱਟ ਕੇ ਗੰਢ ਦੇ ਲਈ। ਔਰ ਹੈ ਸੁਪਨਾ। ਮੈਨੂੰ ਇੱਕ ਕਥਾ ਬੜੀ ਪ੍ਰੀਤਕਾਰ ਲੱਗਦੀ ਹੈ। ਮੈਂ ਜਦੋਂ ਰਿਲੇਟਡ ਵਿਸ਼ਾ ਹੋਵੇ ਤੇ ਜ਼ਰੂਰ ਬੇਨਤੀ ਕਰਨਾ। ਇੱਕ ਚੱਕਰਵਰਤੀ ਸਮਰਾਟ, ਉਹਦਾ ਇਕਲੌਤਾ ਪੁੱਤਰ ਤੇ ਉਹ ਸਖਤ ਬਿਮਾਰ ਹੋ ਗਿਆ। ਬੜੀ ਦੂਰ ਦੂਰ ਤੱਕ ਰਾਜ ਦੀਆਂ ਸੀਮਾਵਾਂ ਸਨ ਔਰ ਬਹੁਤ ਸਾਰੇ ਸਰਕਾਰੀ ਵੈਦ ਸਨ, ਪੇਡ ਵੈਦ ਸਨ। ਉਹਨੇ ਸਾਰੇ ਹਾਇਰ ਕਰ ਲਏ ਵੀ ਆਜੋ ਦੇਖੋ ਕੀ ਪ੍ਰੋਬਲਮ ਹੈ। ਟ੍ਰੀਟਮੈਂਟ ਸ਼ੁਰੂ ਹੋ ਗਿਆ, ਬੱਚਾ ਜ਼ੇਰੇ ਇਲਾਜ ਸੀ ਔਰ ਜਿਵੇਂ ਜਿਵੇਂ ਇਲਾਜ ਹੁੰਦਾ ਜਾਂਦਾ ਸੀ ਬੱਚੇ ਦੇ ਹਾਲਾਤ ਹੋਰ ਬੱਤਰ ਹੁੰਦੇ ਜਾਂਦੇ ਸਨ। ਵੈਦਾਂ ਨੂੰ ਸਮਝਦਿਆਂ ਦੇਰ ਨਾ ਲੱਗੀ ਵੀ ਬਾਤ ਨਹੀਂ ਬਣਨੀ। ਦੇਖੋ ਗੱਲ ਤੇ ਵਿਸ਼ਵਾਸ ਦੀ ਹੈ ਪ੍ਰੇਮੀਓ। ਜੇ ਦਵਾਈਆਂ ਨਾਲ ਮਨੁੱਖ ਜ਼ਿੰਦਾ ਰਹਿ ਸਕਦਾ ਹੋਵੇ ਤੇ ਫਿਰ ਰੂਹੇ ਜ਼ਮੀਨ ਤੋਂ ਮੈਡੀਕਲ ਸਾਇੰਸ ਵਾਲੇ ਤੇ ਕਦੀ ਜਾਂਦੇ ਹੀ ਨਾ। ਐਸਾ ਨਹੀਂ ਮੈਂ ਕਹਿ ਰਿਹਾ ਬਈ ਕੋਈ ਢਿੱਲਾ ਮੱਠਾ ਹੋ ਜਾਏ ਤੇ ਟ੍ਰੀਟਮੈਂਟ ਨਹੀਂ ਕਰਾਉਣਾ ਚਾਹੀਦਾ, ਕਰਾਉਣਾ ਚਾਹੀਦਾ ਹੈ। ਗੁਰੂ ਕਾਲ ਵਿੱਚ ਡਿਸਪੈਂਸਰੀਆਂ ਬਣੀਆਂ, ਇਹਦਾ ਮਤਲਬ ਉਹਨਾਂ ਨੂੰ ਰਿਕੋਗਨਾਈਜ਼ ਕਰ ਦਿੱਤਾ ਨਾ ਬਈ ਉਹ ਗੁਰਮਤ ਵਿਰੁੱਧ ਨਹੀਂ ਨਾ। ਪਰ ਬਾਵਜੂਦ ਇਹਦੇ ਫਿਰ ਵੀ ਲੋਕਾਂ ਦੀਆਂ ਮੌਤਾਂ ਤੇ ਹੁੰਦੀਆਂ ਨੇ। ਤੋ ਦਵਾਈ, ਸਿੱਖੀਜ਼ਮ ਕਹਿੰਦੀ ਹੈ ਦਵਾਈ ਉਦੋਂ ਰਾਸ ਆਉਂਦੀ ਹੈ ਜਦੋਂ ਉਹਦੀ ਨਿਗਾਹ ਸਵੱਲੀ ਹੁੰਦੀ ਹੈ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਪੂਰੀ ਟੀਮ ਹਾਇਰ ਕਰ ਲਈ। ਵੈਦਾਂ ਸੰਦਾ, ਜਦੋਂ ਵੀ ਸੰਦਾ ਆਵੇ ਨਾ ਉਹਦੇ ਨਾਲੋਂ ਸੱਸਾ ਹਟਾ ਦੇਣਾ, ਅਰਥ ਉਹਦੇ ਦਾ ਹੀ ਨੇ। ਵੈਦਾਂ ਦੀ ਟੀਮ ਇਕੱਠੀ ਹੋ ਗਈ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੋ ਜੋ ਉਹਨਾਂ ਕਰਮ, ਕਿੰਨਾ ਕਰਮ? ਵੈਦਾਂ ਸੰਦਾ ਸੰਗ। ਸੋ ਕਰਮ ਹੋਏ ਪਸਰਿਆ, ਹਰਿਆਂ ਦੁਖ ਰੋਗ ਸਭ ਤਾਪ ਤਨ ਤੇ ਖਿਸਰਿਆ। ਵਾਹਿਗੁਰੂ ਵਾਹਿਗੁਰੂ। ਵੈਦਾਂ ਨੇ ਆਹਿਸਤਾ ਆਹਿਸਤਾ ਸਰੈਂਡਰ ਕਰਨਾ ਸ਼ੁਰੂ ਕਰ ਦਿੱਤਾ ਵੀ ਮਹਾਰਾਜ ਸਾਡੀ ਗੱਲ ਸਮਝ ਨਹੀਂ ਆ ਰਹੀ। ਇੱਕ ਇੱਕ ਦੋ ਦੋ ਕਰਕੇ ਚਲੇ ਗਏ। ਬਾਅਦ ਵਿੱਚ ਗੁੱਸੇ ਹੋਵੋਗੇ, ਸਜ਼ਾ ਦਿਓਗੇ, ਇਹ ਬੱਚਾ ਨਹੀਂ ਠੀਕ ਹੋਣਾ, ਸਾਥੋਂ ਨਹੀਂ ਹੋਣਾ। ਜੇ ਕੋਈ ਕਰ ਸਕਦਾ ਤੇ ਉਹਨੂੰ ਸੱਦ ਲਓ। ਹੁਣ ਮਰਨ ਸੇਜਾ ਤੇ ਬੱਚਾ ਪਿਆ ਹੋਇਆ ਹੈ ਔਰ ਇੱਕ ਪਾਸੇ ਟੂਲ ਦੇ ਉੱਤੇ ਰਾਣੀ ਬੈਠੀ ਹੈ, ਇੱਕ ਪਾਸੇ ਰਾਜਾ ਬੈਠਾ ਹੈ। ਹਾਲਾਤ ਬਹੁਤ ਵਿਗੜ ਗਏ ਨੇ। ਹੁਣ ਬੱਚਾ ਉੱਠ ਕੇ ਪਾਣੀ ਵੀ ਨਹੀਂ ਪੀ ਸਕਦਾ, ਚਮਚ ਨਾਲ ਪਾਣੀ ਮੂੰਹ 'ਚ ਪਾਉਂਦੇ ਨੇ, ਕਦੀ ਨੱਪਦੇ ਨੇ, ਕਦੀ ਘੁੱਟਦੇ ਨੇ। ਇੱਕ ਦਿਨ ਬੈਠਿਆਂ ਬੈਠਿਆਂ ਰਾਜੇ ਦੀ ਅੱਖ ਲੱਗ ਗਈ। ਪੁੱਤਰ ਦੇ ਕੋਲ ਬੈਠਾ, ਬੈਠਿਆਂ ਬੈਠਿਆਂ ਅੱਖ ਲੱਗ ਗਈ। ਲੱਗੀ ਅੱਖ ਵਿੱਚ ਸੁਪਨਾ ਚੱਲ ਗਿਆ। ਸੁਪਨੇ ਵਿੱਚ ਭਰੇ ਪੂਰੇ ਪਰਿਵਾਰ 'ਚ ਜਨਮ ਹੋਇਆ ਔਰ ਸੁਪਨੇ ਦਾ ਜਿਹੜਾ ਟਾਈਮ ਹੈ ਨਾ, ਵਕਤ ਹੈ, ਉਹ ਬੜੀ ਜਲਦੀ ਜਲਦੀ ਲੰਘਦਾ ਨਾ। ਬੜੀ ਛੇਤੀ ਛੇਤੀ ਵਿਆਹ ਵੀ ਹੋ ਗਿਆ, ਬੱਚੇ ਹੋ ਗਏ, 6 ਬੱਚੇ ਹੋ ਗਏ ਔਰ ਫਿਰ ਉਹਨਾਂ 6 ਦੇ ਬੇਟਿਆਂ ਦੇ, ਕੁਝ ਬੇਟੀਆਂ ਦੇ ਉਹ ਵਿਆਹ ਕਰਦਾ। ਫਿਰ ਸਾਧ ਸੰਗਤ ਉਹਨਾਂ ਦੇ ਬੱਚੇ ਹੋ ਜਾਂਦੇ ਨੇ। ਹੁਣ ਅੱਜ ਘਰ 'ਚ ਕੋਈ ਸਮਾਗਮ ਹੈ, 6 ਪੁੱਤਰ, 6 ਨੂੰਹਾਂ, 2-3 ਧੀਆਂ, ਜਵਾਈ, ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ, ਸ਼ਰੀਕਾ ਬਰਾਦਰੀ, ਸੱਜਣ ਮਿੱਤਰ, ਸਾਰੇ ਘਰ 'ਚ ਇਕੱਠੇ ਹੋਏ ਨੇ। ਸਮਾਗਮ ਚੱਲ ਰਿਹਾ ਔਰ ਇਹ ਬਿਰਧ ਹੈ, ਕੁਰਸੀ ਦੇ ਉੱਤੇ ਬੈਠਾ ਹੋਇਆ ਹੈ ਔਰ ਸਾਰਾ ਪਰਿਵਾਰ ਵਾਰੀ ਵਾਰੀ ਆ ਕੇ ਇਹਦੇ ਗੋਡਿਆਂ ਨੂੰ ਹੱਥ ਲਾ ਰਿਹਾ, ਸਾਰਿਆਂ ਨੂੰ ਪਿਆਰ ਦੇ ਰਿਹਾ। ਇੱਦਾਂ ਦਾ ਮੰਜ਼ਰ ਹੈ। ਉਧਰ ਮਰਨ ਸੇਜਾ ਤੇ ਪਿਆ ਹੋਇਆ ਬੱਚਾ ਜਿਹੜਾ ਉਹ ਅਕਾਲ ਚਲਾਣਾ ਕਰ ਗਿਆ। ਬੱਚੇ ਦੇ ਅਕਾਲ ਚਲਾਣੇ ਦੇ ਨਾਲ ਰਾਣੀ ਦੀ ਚੀਖ ਨਿਕਲ ਗਈ ਔਰ ਚੀਖ ਨਿਕਲਣ ਨਾਲ ਰਾਜੇ ਦੀ ਨੀਂਦ ਟੁੱਟ ਗਈ ਔਰ ਸੁਪਨਾ ਵੀ ਟੁੱਟ ਗਿਆ। ਰਾਣੀ ਕਹਿਣ ਲੱਗੀ ਜੀ ਭਾਣਾ ਵਰਤ ਗਿਆ ਜੇ।
ਔਰ ਉਹ ਬੜੀ ਹਸਰਤ ਭਰੀ ਨਿਗਾਹ ਨਾਲ ਪੁੱਤਰ ਮਰੇ ਹੋਏ ਨੂੰ ਵੇਖ ਰਿਹਾ ਸੀ। ਔਰ ਕਾਫੀ ਦੇਰ ਜਦੋਂ ਚੁੱਪ ਰਿਹਾ ਤੇ ਰਾਣੀ ਕਹਿਣ ਲੱਗੀ, ਜੀ ਮੈਂ ਤੁਹਾਨੂੰ ਕਿਹਾ ਪੁੱਤਰ ਚੜ੍ਹਾਈ ਕਰ ਗਿਆ ਜੇ। ਉਹ ਕਹਿਣ ਲੱਗਾ ਮੈਂ ਸੁਣ ਲਿਆ ਹੈ। ਕਹਿਣ ਲੱਗੀ ਹੱਦ ਹੋ ਗਈ ਹੈ, ਇਕਲੌਤਾ ਪੁੱਤਰ ਹੈ, ਇੰਨਾ ਪਿਆਰ ਮੋਹ ਸਾਜੇ ਤੇ ਜੇ ਪਤਾ ਲੱਗ ਗਿਆ ਤੇ ਤੁਹਾਡਾ ਤੇ ਅਥਰੂ ਕੋ ਨਹੀਂ ਡਿੱਗੀ, ਤੁਹਾਡੇ ਤੇ ਹਾਵ ਭਾਵ ਹੀ ਨਹੀਂ ਬਦਲੇ, ਕੀ ਹੋ ਗਿਆ ਜੇ, ਰੋਂਦੇ ਕਿਉਂ ਨਹੀਂ? ਤਾਂ ਉਸ ਸਮਰਾਟ ਨੇ ਬੜੇ ਕਮਾਲ ਦੀ ਗੱਲ ਕਹੀ ਸੀ, ਕੰਨ ਤੇ ਮਨ ਦੋਵੇਂ ਦੇ ਕੇ ਸੁਣਨ ਵਾਲੀ ਏ। ਉਹ ਕਹਿਣ ਲੱਗਾ ਰਾਣੀ ਇਕਲੌਤਾ ਪੁੱਤਰ ਗੁਜ਼ਰਿਆ, ਮੇਰਾ ਰੋਣ ਤੇ ਦਿਲ ਕਰਦਾ ਹੈ, ਪਰ ਮੈਨੂੰ ਇਹ ਦੱਸ ਵੀ ਮੈਂ ਪਹਿਲਾਂ ਇਹਨੂੰ ਰੋਵਾਂ ਕਿ ਉਹਨਾਂ ਨੂੰ ਰੋਵਾਂ? ਉਹ ਕਹਿਣ ਲੱਗੀ ਮੈਨੂੰ ਜਿਹੜੀ ਗੱਲ ਦਾ ਡਰ ਸੀ ਉਹੀ ਗੱਲ ਹੋਈ। ਉਹਨਾਂ ਕਿੰਨਾਂ ਨੂੰ ਕੀ ਹੋ ਗਿਆ, ਤੁਹਾਨੂੰ ਸ਼ਦਾਈ ਤੇ ਨਹੀਂ ਹੋ ਗਏ? ਕਹਿਣ ਲੱਗਾ ਨਹੀਂ ਰਾਣੀ, ਮੈਂ ਰੀਅਲ ਲਾਈਫ ਵਿੱਚ ਕਦੀ ਇੰਨਾ ਇੰਜੋਏ ਨਹੀਂ ਕੀਤਾ ਅੱਜ ਜਿੰਨਾ ਮੈਂ ਇੱਕ ਸੁਪਨੇ ਵਿੱਚ। ਇੱਥੇ ਤੇ ਮੇਰਾ ਇੱਕ ਪੁੱਤਰ ਹੈ, ਉੱਥੇ ਮੇਰੇ 6 ਪੁੱਤਰ ਸਨ, ਨੂੰਹਾਂ ਵੀ ਸਨ, ਧੀਆਂ ਤੇ ਜਵਾਈ ਵੀ ਸਨ, ਸ਼ਰੀਕਾ ਬਰਾਦਰੀ ਸੀ। ਰਾਣੀ ਯਕੀਨ ਜਾਣਨਾ ਵੀ ਮੈਂ ਉਸ ਸੁਪਨੇ ਵਿੱਚ ਬਹੁਤ ਇੰਜੋਏ ਕੀਤਾ। ਹੁਣ ਮੇਰਾ ਦਿਲ ਕਰਦਾ ਵੀ ਮੈਂ ਇਹਨੂੰ ਵੀ ਰੋਵਾਂ ਤੇ ਉਹਨਾਂ ਨੂੰ ਵੀ ਰੋਵਾਂ, ਮੈਨੂੰ ਇਹ ਦੱਸ ਮੈਂ ਪਹਿਲਾਂ ਕਿਹਨੂੰ ਰੋਵਾਂ? ਤੇ ਕੋਲੋਂ ਇੱਕ ਦਰਵੇਸ਼ ਲੰਘਿਆ ਜਾਂਦਾ ਸੀ, ਉਹ ਕਹਿਣ ਲੱਗਾ ਰਾਜਨ ਨਾ ਇਹਨੂੰ ਰੋ ਤੇ ਨਾ ਉਹਨਾਂ ਨੂੰ ਰੋ, ਕਿਉਂਕਿ ਇੱਕ ਸੁੱਤਿਆਂ ਦਾ ਸੁਪਨਾ, ਇੱਕ ਜਾਗਦਿਆਂ ਦਾ ਸੁਪਨਾ ਹੈ, ਦੋਵੇਂ ਸੁਪਨੇ ਨੇ। ਹਜ਼ੂਰ ਕਹਿੰਦੇ ਨੇ ਜਗ ਜੀਵਨ ਐਸਾ, ਜਗ ਜੀਵਨ ਕੈਸਾ, ਸੁਪਨੇ ਜੈਸਾ। ਕਿਸੇ ਦਾ ਕਰਜ਼ਾ ਦੇਣਾ ਸੀ, ਕਿਸੇ ਤੋਂ ਲੈਣਾ ਸੀ, ਕੋਈ ਦੇਣ ਵਾਸਤੇ ਆ ਗਿਆ, ਕੋਈ ਪੁੱਤਰ ਬਣ ਕੇ ਲੈਣ ਵਾਸਤੇ ਆ ਗਿਆ। ਜਦੋਂ ਹਿਸਾਬ ਪੂਰਾ ਹੋ ਗਿਆ ਉਹਨਾਂ ਨੇ ਰੁਖਸਤ ਹੋ ਜਾਣਾ, ਇਸ ਤੋਂ ਜ਼ਿਆਦਾ ਕੁਝ ਵੀ ਨਹੀਂ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਾਏ। ਜਿਸ ਤਰ੍ਹਾਂ ਨਾ ਬਹੁਤ ਜ਼ਿਆਦਾ ਲੋਡ ਹੋ ਜਾਏ ਫੋਨ ਦੇ ਉੱਤੇ ਤੇ ਅਸੀਂ ਇੱਕ ਦੋ ਆਪਸ਼ਨ ਹੀ ਦੱਬਣੇ ਨੇ ਤੇ ਪੂਰੇ ਮੈਸੇਜ ਡਿਲੀਟ ਹੋ ਜਾਂਦੇ ਨਾ, ਇਸ ਤਰ੍ਹਾਂ ਜਦੋਂ ਅਗਲੀ ਯਾਤਰਾ ਤੇ ਭੇਜਦਾ ਪਿਛਲੇ ਸਾਰੇ ਮੈਮਰੀ ਡਿਲੀਟ ਕਰ ਦਿੰਦਾ ਸਾਨੂੰ ਕੋਈ। ਔਰ ਜੇ ਡਿਲੀਟ ਨਾ ਕਰੇ, ਪਤਾ ਲੱਗ ਜਾਏ ਵੀ ਆਹ ਬੰਦਾ ਤੇ ਪਿਛਲੇ ਜਨਮ 'ਚ ਮੇਰਾ ਵੈਰੀ ਸੀ, ਇਹਦੇ ਨਾਲ ਤੇ ਮੁਕੱਦਮਾ ਚੱਲਦਾ ਸੀ, ਮੈਂ ਬਿਨਾਂ ਰਕਮ ਦਿੱਤੇ ਮਰ ਗਿਆ ਵਾਂ ਤੇ ਉਹ ਪੁੱਤਰ ਬਣ ਕੇ ਲੈਣ ਆਇਆ ਹੈ, ਤੇ ਫਿਰ ਕੇਲਾ ਖਾਂਦਾ ਖਾਂਦਾ ਆਪਣੇ ਮੂੰਹ ਚੋਂ ਕੱਢ ਕੇ ਪੁੱਤਰ ਦੇ ਮੂੰਹ 'ਚ ਥੋੜਾ ਤੁੰਨੇਗਾ। ਮੈਮਰੀ ਉਹਨੇ ਇਸ ਵਾਸਤੇ ਡਿਲੀਟ ਕਰ ਦਿੱਤੀ ਵੀ ਚੱਲ ਚੁੰਮਦਾ ਰੋ ਇਹਦਾ ਮੂੰਹ, ਪਿਆਰ ਨਾਲ ਕਰਜ਼ਾ ਦੇ, ਜਿਹੜਾ ਉਦੋਂ ਕੋਰਟ ਕਚਹਿਰੀਆਂ 'ਚ ਇਹਨੂੰ ਖੱਜਲ ਕਰਦਾ ਸੀ, ਨਾਲੇ ਮੂੰਹ ਚੁੰਮ ਤੇ ਨਾਲੇ ਦੇ ਇਹਦਾ। ਹੁਣ ਹਿਸਾਬਕਾਰ ਪੂਰਾ ਫਿਰ ਦੇਖਾਂਗੇ। पूर्व जन्म के मिले संजोगी अंते को ना सहाई, जग जीवन ऐसा सुपने जैसा, जीवन सुपन समानंग, साच कर हम गांठ दीनी, छोड़ परम निधानंग। बाबा माया मोह हित कीन, जिन ज्ञान रतन हिरलीन। बाबा असी जीवां ने ਮਾਇਆ ਵਿੱਚ ਇਸ ਤਰ੍ਹਾਂ ਦਾ ਮੋਹ ਪਾਇਆ ਹੋਇਆ ਹੈ ਵੀ ਉਸ ਮਾਇਆ ਦੇ ਮੋਹ ਨੇ ਸਾਡਾ ਗਿਆਨ ਰੂਪੀ ਰਤਨ ਸਾਡੇ ਕੋਲੋਂ ਖੋਹ ਲਿਆ। ਨੈਣ ਦੇਖ ਪਤੰਗ ਉਰਜੈ, ਪਛ ਨਾ ਦੇਖੈ ਆਗ। ਅੱਖਾਂ ਨਾਲ ਸ਼ਮਾ ਨੂੰ ਦੇਖ ਕੇ, ਚਿਰਾਗ ਨੂੰ ਦੇਖ ਕੇ, ਜੋਤ ਨੂੰ, ਦੀਵੇ ਨੂੰ ਦੇਖ ਕੇ ਪਤੰਗਾ ਉਹਨੂੰ ਦੇਖਦਾ, ਔਰ ਫਿਰ ਦੇਖਦਾ ਇਤਨਾ ਹੈ ਹੋਰ ਨਜ਼ਦੀਕ ਹੋ ਕੇ ਦੇਖਦਾ, ਫਿਰ ਕਹਿੰਦਾ ਵੀ ਨਹੀਂ ਥੋੜਾ ਜਿਹਾ ਹੋਰ ਨਜ਼ਦੀਕ। ਔਰ ਇੱਕ ਸਟੇਜ ਇਸ ਤਰ੍ਹਾਂ ਦੀ ਆਉਂਦੀ, ਕਹਿੰਦਾ ਅੱਜ ਵਿੱਚ ਬੈਠ ਕੇ ਦੇਖਣਾ, ਇਹਦੀ ਗੋਦੀ ਵਿੱਚ ਬੈਠਣਾ। ਔਰ ਜਦੋਂ ਸ਼ਮਾ ਦੀ ਗੋਦੀ ਵਿੱਚ ਬੈਠਦਾ ਫਿਰ ਭਸਮ ਹੋ ਜਾਂਦਾ। ਮਰਜ ਕਹਿੰਦੇ ਇਹ ਜਿਹੜਾ ਤੈਨੂੰ ਦਿਸਦਾ ਸੰਸਾਰ ਹੈ, ਤੈਨੂੰ ਹੋਰ ਅਟਰੈਕਟ ਕਰਦਾ ਹੈ, ਤੈਨੂੰ ਹੋਰ ਅਟਰੈਕਟ ਕਰਦਾ ਹੈ, ਹੋਰ ਆਪਣੇ ਵੱਲ ਖਿੱਚਦਾ ਹੈ, ਔਰ ਫਿਰ ਇੱਕ ਸਟੇਜ ਤੇ ਤੂੰ ਇਹਦੇ ਵਿੱਚ ਹੀ ਬੈਠਣਾ ਚਾਹੁੰਦਾ ਹੈ, ਇਹ ਫਿਰ ਤੈਨੂੰ ਆਤਮਕ ਪੱਖੋਂ ਦਾਹ ਕਰ ਦਿੰਦਾ। ਕਾਲ ਫਾਂਸ ਨਾ ਮੁਗਧ ਚੇਤੈ, ਕਨਕ ਕਾਮਨ ਲਾਗ। ਜਦੋਂ ਤੂੰ ਵੀ ਪਰਾਏ ਤਨ ਤੇ ਧਨ ਵੱਲ ਅਟਰੈਕਟ ਹੁੰਦਾ ਨਾ, ਔਰ ਲੋੜੋਂ ਵੱਧ ਹੋ ਜਾਂਦਾ, ਬੇਹਿਸਾਬ ਹੋ ਜਾਂਦਾ, ਚਰਮ ਸੀਮਾ ਪਾਰ ਕਰ ਜਾਂਦਾ, ਫਿਰ ਤੈਨੂੰ ਦਗਦ ਕਰ ਦਿੰਦੇ ਨੇ, ਤੈਨੂੰ ਪਤਾ ਹੀ ਕੋਈ ਨਹੀਂ ਲੱਗਦਾ। ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ। ਠੰਡੇ ਦਿਮਾਗ ਨਾਲ ਸੋਚ, ਵਿਕਾਰਾਂ ਦਾ ਖਹਿੜਾ ਛੱਡ ਦੇ, ਤਰਨ ਤਾਰਨ ਸੋਏ।
ਇਹ ਰੂਹੇ ਜ਼ਮੀਨ ਤੋਂ ਜੋ ਫੁਰਨੇ ਨੇ, ਵਕਾਰ ਨੇ, ਇਹਨਾਂ ਤੋਂ ਤਰਨ ਤਾਰਨ ਦਾ ਕੰਮ ਕਰਨ ਵਾਲਾ ਨਿਰੰਕਾਰ ਹੈ, ਉਹਦੀ ਯਾਦ ਹੈ, ਉਹਦਾ ਸਿਮਰਨ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਪ੍ਰਧਾਨ ਵਿਸ਼ਾ ਤੇ ਸਿਮਰਨ ਦਾ ਹੀ ਹੈ ਨਾ। ਅਸੀਂ ਕਈ ਵਾਰ ਮੈਸੇਜ ਗਲਤ ਸਮਝ ਜਾਂਦੇ ਹਾਂ, ਜਾਂ ਆਪਣੇ ਅੰਦਰ ਜਿਸ ਤਰ੍ਹਾਂ ਦੀ ਸਾਡੀ ਕੋਈ ਆਈਡੀਓਲੋਜੀ ਹੁੰਦੀ ਹੈ ਉਹਦੇ ਗਲਤ ਅਰਥ ਨਿਕਲ ਜਾਂਦੇ ਨੇ। ਮੈਂ ਤੇ ਅੱਜ ਤੱਕ ਕਿਸੇ ਨੂੰ ਸਟੇਜ ਤੋਂ ਇਹ ਕਹਿੰਦੇ ਨਹੀਂ ਸੁਣਿਆ ਵੀ ਸਿਮਰਨ ਨਹੀਂ ਕਰਨਾ ਚਾਹੀਦਾ। ਔਰ ਜਿਹੜਾ ਧਰਮ ਦਾ ਪ੍ਰਚਾਰ ਕਰਨ ਵਾਲਾ ਮੇਰੇ ਵਰਗਾ, ਉਹ ਇਹ ਕਿੱਦਾਂ ਕਹਿ ਸਕਦਾ ਵੀ ਸਿਮਰਨ ਨਹੀਂ ਕਰਨਾ ਚਾਹੀਦਾ। ਹਾਂ, ਸਿਮਰਨ ਕਿਵੇਂ ਕਰਨਾ ਚਾਹੀਦਾ ਇਹਦੇ ਬਾਰੇ ਮਤਭੇਦ ਜ਼ਰੂਰ ਹੋ ਸਕਦੇ ਨੇ। ਤੁਸੀਂ ਕਹਿੰਦੇ ਹੋ ਵੀ ਸ਼ੁਰੂ ਹੋ ਜਾਓ, ਚੰਗੀ ਗੱਲ ਹੈ, ਹੋ ਜਾਓ। ਮੈਂ ਕਹਿੰਦਾ ਵੀ ਨਹੀਂ, ਗੋਡੇ ਗੋਡੇ ਸਵਾਂਕ ਹੋਵੇ ਤੇ ਤੁਸੀਂ ਮੈਨੂੰ ਕਹੋ ਵੀ ਇੱਕ ਮਣ ਕਣਕ ਦੀ ਝੋਲੀ ਬੰਨ ਕੇ ਵਿੱਚ ਛੱਟਾ ਦੇ ਦੇ, ਮੈਂ ਤੇ ਪਹਿਲਾਂ ਉਹਨੂੰ ਵਾਵਾਂਗਾ, ਦੋਰ ਲਾਵਾਂਗਾ, ਤੇਰ ਲਾਵਾਂਗਾ, ਸੁਹਾਗਾ ਫੇਰਾਂਗਾ। ਜਦੋਂ ਸਾਰਾ ਨਦੀਨ ਸੁੱਕ ਜਾਏਗਾ ਮੈਂ ਫਿਰ ਛੱਟਾ ਦਿਆਂਗਾ। ਬਸ ਤੁਹਾਡਾ ਤੇ ਮੇਰਾ ਇੰਨਾ ਕੋਈ ਮਤਭੇਦ ਹੈ। ਤੁਸੀਂ ਕਹਿੰਦੇ ਹੋ ਵੀ ਨਹੀਂ, ਗੋਡੇ ਗੋਡੇ ਸਵਾਂਕ 'ਚ ਹੀ ਛੱਟਾ ਦੇਣਾ ਹੈ। ਮੈਂ ਕਹਿੰਦਾ ਪਹਿਲਾਂ ਬੈਠ ਕੇ ਨਿਰਵਿਚਾਰ ਹੋਵੋ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਹਰੀ ਮੰਤਰ ਨੂੰ ਹਿਰਦੇ ਰੂਪੀ ਜ਼ਮੀਨ 'ਚ ਉਹ ਬੀਜਦਾ ਹੈ, ਪਰ ਪਹਿਲਾਂ ਹੰਕਾਰ ਰੂਪੀ ਨਦੀਨ ਨੂੰ ਪੁੱਟ ਕੇ ਬਾਹਰ ਸੁੱਟਦਾ ਹੈ। ਅੱਛਾ, ਤੁਸੀਂ ਨਦੀਨ ਵਿੱਚ ਹੀ ਛੱਟਾ ਦੇਣਾ ਚਾਹੁੰਦੇ ਹੋ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਵਾਹ ਲੈਣਾ ਚਾਹੀਦਾ। ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਧਰਤੀ ਰੂਪੀ ਕਾਇਆ ਨੂੰ ਪਹਿਲਾਂ ਸਾਧ ਲਓ, ਵਾਹ ਲਓ, ਬਣਾ ਲਓ, ਤੇ ਫਿਰ ਕਰਤਾਰ ਦੇ ਨਾਮ ਦਾ ਵਿੱਚ ਬੀਜ ਪਾਓ ਤੇ ਆਖੋ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭ੍ਰਮ ਭੂਲੋ ਭੂਲੋ। ਮੈਂ ਇਹ ਨਹੀਂ ਕਹਿੰਦਾ ਵੀ ਨਾਮ ਨਾ ਜਪੋ। ਪੂਰੇ ਮਹੀਨੇ ਦੀ ਕਥਾ YouTube ਦੇ ਉੱਤੇ ਚੜੀ ਹੋਈ ਹੈ, ਤੁਸੀਂ ਸੁਣ ਸਕਦੇ ਹੋ। ਮੈਂ ਕਿੱਦਾਂ ਕਹਿ ਸਕਣਾ ਵੀ ਨਾਮ ਨਾ ਜਪੋ। ਉਂਝ ਸਾਰੇ ਸੰਸਾਰ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ। ਪਤਾ ਕਿਉਂ? ਹਜ਼ਰਤ ਮੁਹੰਮਦ ਤੋਂ ਸਾਰੇ ਲੋਕ ਪ੍ਰਭਾਵਿਤ ਨਹੀਂ ਹੋਏ, ਈਸਾ ਤੋਂ ਨਹੀਂ ਹੋਏ, ਮੂਸਾ ਤੋਂ ਨਹੀਂ ਹੋਏ, ਕ੍ਰਿਸ਼ਨ ਤੋਂ ਨਹੀਂ ਹੋਏ, ਰਾਮ ਤੋਂ ਨਹੀਂ ਹੋਏ, ਗੌਤਮ ਤੋਂ ਨਹੀਂ ਹੋਏ, ਬੁੱਧ ਤੋਂ ਨਹੀਂ ਹੋਏ, ਪਾਇਥਾਗੋਰਸ ਤੋਂ ਨਹੀਂ ਹੋਏ, ਸ਼ੁਕਰਾਤ ਤੋਂ ਨਹੀਂ ਹੋਏ, ਮਨਸੂਰ ਤੋਂ ਨਹੀਂ ਹੋਏ, 10 ਪਾਤਸ਼ਾਹੀਆਂ ਤੋਂ ਵੀ ਨਹੀਂ ਹੋਏ। ਔਰ ਖੁਸ਼ ਹੋਣਾ ਦੂਰ ਦੀ ਗੱਲ ਏ, ਫੌਜਾਂ ਲੈ ਕੇ ਲੋਕੀ ਮਾਰਨ ਵਾਸਤੇ ਵੀ ਆਏ। ਤੋ ਜੱਗ ਨਹੀਂ ਜਿੱਤਿਆ ਜਾ ਸਕਦਾ। ਨੈਣ ਦੇਖ ਪਤੰਗ ਉਰਜੈ, ਪਸ਼ ਨਾ ਦੇਖੈ ਆਗ, ਕਾਲ ਫਾਂਸ ਨਾ ਮੁਗਧ ਚੇਤੈ, ਕਨਕ ਕਾਮਨ ਲਾਗ। ਕਰ ਵਿਚਾਰ, ਵਿਕਾਰ ਪਰ ਹਰ, ਵਿਕਾਰਾਂ ਦਾ ਤਿਆਗ ਕਰ, ਅੰਦਰੋਂ ਨਿਰਵਿਚਾਰ ਹੋ, ਫੁਰਨਿਆਂ ਨੂੰ ਕਾਬੂ ਦੇ ਵਿੱਚ ਲਿਆ। ਕੇਅਰ ਕਰ ਆਪਣੇ ਆਪ ਨੂੰ ਵੀ ਮੇਰੇ ਅੰਦਰ ਕੀ ਚੱਲ ਰਿਹਾ। ਇਹ ਮੇਰਾ ਮਤ ਹੈ। ਬੈਠ ਕੇ ਸਾਨੂੰ ਸਵੇਰੇ ਜ਼ਰੂਰ ਅੰਤਰਮੁਖੀ ਹੋਣਾ ਚਾਹੀਦਾ ਵੀ ਅੰਦਰ ਚੱਲ ਕੀ ਰਿਹਾ ਹੈ। ਤੇ ਜੇ ਇੱਕ ਪਲ ਵਾਸਤੇ ਅੰਦਰ ਨਿਰਵਿਚਾਰ ਹੋ ਜਾਈਏ ਤੇ ਫਿਰ ਇੱਕ ਪਲ ਵਿੱਚ ਵੀ ਗੱਲ ਬਣ ਸਕਦੀ ਹੈ। ਤੁਸੀਂ ਕਹੋਗੇ ਜੇ ਇੱਕ ਪਲ ਵਿੱਚ ਬਣ ਸਕਦੀ ਹੈ ਤੇ ਫਿਰ ਇਹ ਸਾਰੇ ਦਿਨ ਦੇ ਖਲਜਗਨ ਕਾਹਦੇ ਲਈ? ਬੜੇ ਧਿਆਨ ਨਾਲ ਉੱਤਰ ਸੁਣਿਓ। ਇਹ ਲਗਾਤਾਰ ਕੀਰਤਨ, ਕਥਾ, ਗੁਰਬਾਣੀ, ਪਾਠ, ਸੇਵਾ, ਇਸ ਵਾਸਤੇ ਵੀ ਸਾਡੀ ਜ਼ਿੰਦਗੀ 'ਚ ਉਹ ਇੱਕ ਪਲ ਆ ਜਾਏ। ਇਸ ਵਾਸਤੇ ਗਰਾਊਂਡ ਤਿਆਰ ਹੋ ਰਿਹਾ ਹੈ। ਬੱਚੀ ਦਾ ਵਿਆਹ ਕਰਨੇ ਆ, 40-50 ਮਿੰਟ ਦੀ ਪ੍ਰੋਸੈਸਿੰਗ ਹੈ, ਪਰ ਫਿਕਰ ਤੇ ਉਦੋਂ ਹੀ ਪੈ ਜਾਂਦਾ ਜਿੱਦਣ ਬੱਚੀ ਦਾ ਜਨਮ ਹੋ ਜਾਂਦਾ। 2-3 ਸਾਲ ਪਹਿਲਾਂ ਜ਼ਿਆਦਾ ਫਿਕਰਮੰਦ ਅਸੀਂ ਹੋ ਜਾਂਦੇ ਹਾਂ। ਪਰ ਸੰਗਤ ਜੀ, ਵਿਆਹ ਤੇ ਘੰਟੇ 1.5 ਘੰਟੇ 'ਚ ਇੱਥੇ ਬਹੁਤ ਹੁੰਦੇ ਨੇ। ਵੀਕਐਂਡ ਤੇ ਵਿਆਹ 40-50 ਮਿੰਟ, ਘੰਟੇ 'ਚ ਵਿਆਹ ਹੋ ਜਾਂਦਾ, ਆਨੰਦ ਕਾਰਜ ਹੋ ਜਾਂਦਾ, ਪਰ ਤਿਆਰੀ ਪਹਿਲਾਂ ਕਰਨੀ ਪੈਂਦੀ। ਕਰ ਵਿਚਾਰ ਵਿਕਾਰ ਪਰਹਰ, ਤਰਨ ਤਾਰਨ ਸੋਏ, ਕਹੋ ਕਬੀਰ ਜਗ ਜੀਵਨ ਐਸਾ। ਇੱਥੇ ਇਕੱਠਾ ਪੜਨਾ ਹੈ। ਉੱਥੇ ਕਹਿਣਾ ਜਗ ਜੀਵਨ ਐਸਾ, ਸੁਪਨੇ ਜੈਸਾ। ਇੱਥੇ ਕਹਿਣਾ ਕਹੋ ਕਬੀਰ ਜਗ ਜੀਵਨ ਐਸਾ। ਜੀ ਜਗਜੀਵਨ ਕੈਸਾ? ਕਹਿਣ ਲੱਗੇ ਦੁਤੀਆ ਨਾ ਹੀ ਕੋਈ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ।
ਇਸ ਲਈ ਸਾਰਿਆਂ ਨੂੰ ਮੁਹੱਬਤ ਕਰ, ਪਿਆਰ ਕਰ, ਪਰ ਜੁੜ ਨਿਰੰਕਾਰ ਨਾਲ, ਕਿਉਂਕਿ ਸਦਾ ਥਿਰ ਉਹ ਹੈ, ਬਾਕੀ ਸਭ ਨਾਸ਼ਵੰਤ ਹੈ। ਉਸੇ ਬਾਰੇ ਹਜ਼ੂਰ ਕਹਿੰਦੇ ਨੇ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸਦਾ ਥਿਰ ਹੈ, ਜਿਹੜੇ ਉਹਦਾ ਨਾਮ ਜਪਦੇ ਨੇ ਉਹ ਵੀ ਅਮਰ ਹੋ ਜਾਂਦੇ ਨੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰਮੰਤ ਕੀ ਹੈ? ਸਾਡਾ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ ਉਹ ਵੀ ਨਹੀਂ ਮਰਦੇ। ਤੁਸੀਂ ਕਹੋਗੇ ਜੀ ਉਹ ਕਿਉਂ ਨਹੀਂ ਮਰਦੇ? ਪ੍ਰੇਮਿਓ, ਸਰੀਰ ਕਰਕੇ ਜਿਹਦਾ ਜਨਮ ਹੋਇਆ ਇੱਕ ਦਿਨ ਮੌਤ ਵੀ ਹੋਵੇਗੀ, ਪਰ ਜਿਹਨੇ ਇਸ ਹਯਾਤੀ ਵਿੱਚ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ ਹੈ, ਇੱਕ ਵਾਰ ਸਰੀਰ ਬਿਨਸੇਗਾ ਤੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏਗੀ, ਦੂਸਰਾ ਜਨਮ ਹੀ ਨਹੀਂ ਮਿਲੇਗਾ ਤੇ ਫਿਰ ਮੌਤ ਵੀ ਨਹੀਂ ਹੋਵੇਗੀ। ਇਹਨੂੰ ਕਹਿੰਦੇ ਨੇ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਗੁਰਮੰਤਰ ਜਪਿਆ ਉਹ ਵੀ ਅਮਰ ਹੋ ਜਾਂਦੇ ਨੇ, ਤੇ ਜਿਹੜੇ ਨਹੀਂ ਜਪਦੇ ਮੇਰੇ ਵਰਗੇ, ਉਹਨਾਂ ਬਾਰੇ ਤੇ ਬਾਣੀ ਕਹਿੰਦੀ ਹੈ ਵੀ ਤੇਰੇ ਨਾਲੋਂ ਸੂਰ ਚੰਗਾ। ਕਹਿਣ ਲੱਗੇ ਜੀ ਉਹ ਕਿਵੇਂ? ਕਹਿਣ ਲੱਗੇ ਤੂੰ ਮਰ ਗਿਆ, ਤੈਨੂੰ ਕਿਸੇ ਯਾਦ ਨਹੀਂ ਕਰਨਾ, ਸੂਰ ਮਰ ਗਿਆ ਤੇ ਲੋਕਾਂ ਨੇ ਇਹਨੂੰ ਯਾਦ ਕਰਨਾ। ਗਰਕੀਆਂ ਨਹੀਂ ਸਨ ਹੁੰਦੀਆਂ, ਫਲਸ਼ਾਂ ਨਹੀਂ ਸਨ ਹੁੰਦੀਆਂ। ਇਹ ਬਹੁਤ ਲੰਬੀ ਗੱਲ ਨਹੀਂ, ਮੇਰੀ ਆਪਣੀ ਸੰਭਾਲ ਦੀ ਗੱਲ ਹੈ ਵੀ ਗਰਕੀਆਂ ਨਹੀਂ ਸਨ ਹੁੰਦੀਆਂ। ਮੇਰੇ ਵਹਿੰਦੇ ਆਈਆਂ ਹਾਜਤ ਕਰਨ ਲਈ ਨਗਰ ਚੋਂ ਬਾਹਰ, ਤੇ ਜਿਹੜੇ ਢਿੱਲੇ ਮੱਠੇ ਹੁੰਦੇ ਸਨ ਉਹਨਾਂ ਨੇੜੇ ਹੀ ਡਿੱਗ ਪੈਣਾ। ਫਲਸਰੂਪ ਨਗਰ ਦੇ ਆਲੇ ਦੁਆਲੇ ਥੋੜਾ ਮਾਹੌਲ ਖਰਾਬ ਹੋ ਜਾਂਦਾ ਸੀ। ਉਹ ਫਿਰ ਕਈਆਂ ਸੂਰ ਰੱਖੇ ਹੁੰਦੇ ਸਨ, ਉਹ ਸੂਰ ਗੰਦਗੀ ਖਾਂਦਾ। ਹੁਣ ਨਗਰ ਦੇ ਦੁਆਲੇ ਗੰਦਗੀ ਪੈਣੀ, ਉਹਨੇ ਸਾਫ਼ ਕਰ ਦੇਣੀ। ਤੇ ਇੱਕ ਵਾਰ ਬੜੀ ਗੰਦਗੀ ਪੈ ਗਈ ਤੇ ਚਰਚਾ ਸ਼ੁਰੂ ਹੋ ਗਈ ਬਰੇਟੇ ਥੱਲੇ ਵੀ ਗੰਦਗੀ ਬੜੀ ਪੈ ਗਈ ਹੈ, ਕੀ ਹੋਇਆ? ਉਹਨਾਂ ਕਿਹਾ ਵੀ ਸੂਰ ਮਰ ਗਿਆ। ਓ ਹੋ ਇਹ ਤੇ ਬੜਾ ਮਾੜਾ ਹੋਇਆ ਬਈ, ਸੂਰ ਨਹੀਂ ਸੀ ਮਰਨਾ ਚਾਹੀਦਾ। ਉਹ ਸਫਾਈ ਕਰਦੇ। ਹਜ਼ੂਰ ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ। ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾਉ। ਸਾਕਤ ਮਰ ਜਾਏ ਤੇ ਲੋਕੀ ਕਹਿੰਦੇ ਚੰਗਾ ਹੋਇਆ, ਰੋਜ਼ ਕਲੇਸ਼ ਪਾਈ ਰੱਖਦਾ ਸੀ, ਲੋਕਾਂ ਨੂੰ ਲੜਾਉਂਦਾ ਸੀ, ਝਗੜੇ ਖੜੇ ਕਰਦਾ ਸੀ। ਸੂਰ ਮਰੇ ਤੇ ਲੋਕੀ ਅਫਸੋਸ ਕਰਦੇ ਨੇ, ਸਾਕਤ ਮਰੇ ਤੇ ਕੋਈ ਅਫਸੋਸ ਨਹੀਂ ਕਰਦਾ। ਇਸ ਲਈ ਭਾਈ ਜ਼ਰੂਰ ਜਪਣਾ ਚਾਹੀਦਾ। ਜਿਹੜੇ ਜ਼ਿਆਦਾ ਜਪਦੇ ਨੇ ਹੋਰ ਜ਼ਿਆਦਾ ਜਪੋ, ਜਿਹੜੇ ਮੇਰੇ ਨਾਲ ਦੇ ਨਹੀਂ ਜਪਦੇ ਉਹ 5-7 ਮਿੰਟ ਤੋਂ ਸ਼ੁਰੂ ਕਰ ਲਓ, ਕਿਉਂਕਿ ਜਪਿਆ ਹੋਇਆ ਨਾਲ ਜਾਏਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਇ ਨਾ ਸਾਕੈ ਜਲ ਹੈ। ਵੇਖੋ ਕਿੱਡੀ ਸੋਹਣੀ ਜ਼ਮਾਨਤ ਹੈ ਪ੍ਰੇਮੀਓ। ਮਹਾਰਾਜ ਕਹਿੰਦੇ ਜਿਹੜਾ ਦੁਨਿਆਵੀ ਧਨ ਹੈ ਨਾ, ਉਹ ਕਮਾਉਣ ਤੋਂ ਬਾਅਦ ਵੀ ਇੱਥੋਂ ਨਿਕਲ ਸਕਦਾ ਹੈ। ਅੱਗ ਸਾੜ ਸਕਦੀ ਹੈ, ਹੜ੍ਹ 'ਚ ਉਹ ਰੁੜ ਸਕਦਾ ਹੈ, ਚੋਰ ਚੋਰੀ ਕਰ ਸਕਦਾ ਹੈ, ਕੋਈ ਹੋਰ ਹੈਪਨ ਹੋ ਸਕਦਾ ਹੈ। ਪਰ ਨਾਮ ਜਪਿਆ ਹੋਇਆ ਜਿਹੜਾ, ਇਹਨੂੰ ਕੋਈ ਘੁਣ ਮੱਖੀ ਨਹੀਂ। ਜੀ ਨਾਲ ਹੈ, ਆਤਮਾ ਦੇ ਨਾਲ ਸਾਥੀ ਬਣਦਾ। ਆਓ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੀਏ ਤੇ ਆਖੀਏ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਜਲ ਨਹੀਂ
ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਜਲ ਨਹੀਂ ਪਾਏ ਨਾ ਸਾਕੈ ਜਾਲੇ, ਪਾਏ ਨਾ ਸਾਕੈ ਜਾਲੇ, ਪਾਏ ਨਾ ਵਾਹਿਗੁਰੂ 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 ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਸੋ ਜਗਜੀਵਨ ਨਿਰੰਕਾਰ ਵਰਗੀ ਕੋਈ ਹਸਤੀ ਨਹੀਂ। ਕਹੋ ਰਵਿਦਾਸ ਅਕਥ ਕਥਾ, ਬਹੁ ਕਾਏ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਸਾਡੇ ਕੋਲ ਕੋਈ ਦੂਜੀ ਐਸੀ ਹਸਤੀ ਨਹੀਂ ਹੈ ਨਿਰੰਕਾਰ ਜਿਹਦੇ ਨਾਲ ਤੇਰੀ ਤੁਲਨਾ ਕੀਤੀ ਜਾ ਸਕੇ, ਕੋਈ ਹੈ ਹੀ ਨਹੀਂ। ਇਸ ਲਈ ਭਾਈ ਸਾਰਿਆਂ ਤੋਂ ਵੱਡੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਈਏ। ਆਵਣ ਜਾਣ ਚੁਕਾਇਆ ਉਹਦੀ ਕਿਰਪਾ ਨਾਲ ਆਵਾਗਾਉਣ ਦਾ ਚੱਕਰ ਮੁੱਕ ਜਾਏਗਾ। ਨਾ ਮਨ ਚਲੈ ਨਾ ਪੌਣ ਉਡਾਵੇ। ਸੰਗਤ ਜੀ ਇੱਥੇ ਪੌਣ ਕਿਹਾ ਵਾਸ਼ਨਾ ਨੂੰ, ਜਿਸ ਤਰ੍ਹਾਂ ਉੱਡਦੀ ਤੇ ਪਤੰਗ ਹੈ ਪਰ ਉਡਾਉਂਦੀ ਹਵਾ ਹੈ, ਇਸ ਤਰ੍ਹਾਂ ਭਟਕਦਾ ਮਨ ਹੈ, ਭਟਕਾਉਂਦੀ ਵਾਸ਼ਨਾ ਹੈ। ਵਾਸ਼ਨਾ ਹਵਾ ਦਾ ਕੰਮ ਕਰਦੀ ਹੈ। ਜਦੋਂ ਤੂੰ ਨਿਰੰਕਾਰ ਨੂੰ ਸਦੀਵੀ ਸਮਝ ਕੇ ਉਹਦੇ ਸਿਮਰਨ 'ਚ ਜੁੜੇਗਾ, ਫਿਰ ਇਹ ਵਾਸ਼ਨਾ ਰੂਪੀ ਹਵਾ ਤੇਰੇ ਮਨ ਰੂਪੀ ਪਤੰਗ ਨੂੰ ਭਟਕਾਏਗੀ ਨਹੀਂ, ਮਨ ਟਿਕ ਜਾਏਗਾ। ਔਰ ਤੂੰ ਕਹੇਗਾ ਸੰਤੋ ਮਨ ਪਵਨੈ ਸੁਖ ਬਣਿਆ। ਗੁਰਮੁਖੋ, ਜਿਹੜਾ ਮੇਰਾ ਮਨ ਪਹਿਲਾਂ ਪਵਨ ਵਾਂਗੂ ਚੰਚਲ ਸੀ ਨਾ, ਟਿਕਦਾ ਨਹੀਂ ਸੀ, ਭਟਕਦਾ ਸੀ, ਹੁਣ ਉਹ ਟਿਕ ਗਿਆ ਤੇ ਮੈਂ ਸੁਖੀ ਹੋ ਗਿਆ। ਕਿਛ ਜੋਗ ਪ੍ਰਾਪਤ ਗਣਿਆ। ਪਹਿਲਾਂ ਤੇ ਫੋਕੀਆਂ ਗੱਲਾਂ ਹੀ ਸਨ। ਜਿੱਦਣ ਦਾ ਹਵਾ ਵਰਗਾ ਮੇਰਾ ਮਨ ਭਟਕਣ ਤੋਂ ਹਟ ਗਿਆ, ਟਿਕ ਗਿਆ ਨਾ, ਹੁਣ ਮੈਂ ਕਹਿ ਸਕਣਾ ਵੀ ਕਿਛ ਜੋਗ, ਜੋਗ ਮੈਨੇ ਜੋੜ ਆਤਮਾ ਤੇ ਪ੍ਰਮਾਤਮਾ ਦਾ, ਹੁਣ ਮੇਰਾ ਕੁਛ ਜੋੜ ਬਣਦਾ ਪਿਆ ਹੈ, ਪਹਿਲਾਂ ਕੋਈ ਨਹੀਂ ਸੀ। ਕਬੀਰ ਸਾਹਿਬ ਕਹਿ ਰਹੇ ਨੇ, ਮੈਂ ਤਾਂ ਐਕਸਪਲੇਨ ਕਰ ਰਿਹਾ। ਕਹਿ ਲਗੇ ਜੀ ਬਣਿਆ ਕਿਵੇਂ ਹੈ? ਆਖਣ ਲੱਗੇ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤੈ ਚੋਰੀ। ਕਿਸੇ ਕਿਸਾਨ ਦੇ ਖੇਤ ਜੰਗਲਾਤ ਦੇ ਨਾਲ ਸਨ। ਉਹਨੇ ਵਿਚਾਰੇ ਨੇ ਪ੍ਰਬੰਧ ਕੀਤਾ ਸੀ, ਕੰਡਿਆਲੀ ਤਾਰ ਲਾਈ ਸੀ, ਮੋੜੇ ਲਾਏ ਸਨ, ਫਸਲ ਨਾ ਉਜੜੇ ਤੇ ਨਿਸ਼ਚਿੰਤ ਹੋ ਗਿਆ। ਇੱਕ ਦਿਨ ਗਵਾਂਢੀ ਨੇ ਦੱਸਿਆ ਵੀ ਮਿੱਤਰਾ, ਜੰਗਲਾਤ ਵਾਲੇ ਪਾਸੇ ਜਿੱਧਰ ਤੂੰ ਮੋੜੇ ਲਾਏ ਨੇ ਨਾ, ਹਿਰਨਾਂ ਨੇ ਉਧਰੋਂ ਇੱਕ ਮਗੋਰਾ ਜਿਹਾ ਕਰ ਲਿਆ, ਤੇ ਸਹਿਜੇ ਜਿਹੇ ਉਸ ਮਗੋਰੇ ਥਾਣੀ ਅੰਦਰ ਆਉਂਦੇ ਨੇ ਲਾਈਨ ਬਣਾ ਕੇ, ਤੇ ਖੇਤੀ ਖਾ ਖੂ ਕੇ ਉਸੇ ਮਗੋਰੇ ਥਾਣੀ ਬਾਹਰ ਲੰਘ ਜਾਂਦੇ। ਉਹਨੇ ਜਾ ਕੇ ਵੇਖਿਆ, ਸੱਚੀ ਮੁੱਚੀ ਰਾਹ ਬਣਿਆ ਸੀ। ਉਹਨੇ ਫਿਰ ਸਾਧ ਸੰਗਤ ਜੀ ਤੰਗਲੀ ਆਂਦੀ
ਕਾਪਾ ਆਂਦਾ, ਕੁਹਾੜੀ ਆਂਦੀ, ਕੁਝ ਮੋੜੇ ਮਾੜੇ ਵੱਢ ਕੇ ਉਹ ਵੀ ਬੰਦ ਕਰ ਦਿੱਤਾ। ਜਿੱਥੋਂ ਜਿੱਥੋਂ ਵਾੜ ਕਮਜ਼ੋਰ ਸੀ ਉੱਥੇ ਹੋਰ ਮੋੜੇ ਲਾ ਦਿੱਤੇ। ਹੁਣ ਹਿਰਨਾਂ ਦਾ ਆਉਣਾ ਜਾਣਾ ਬੰਦ ਹੋ ਗਿਆ, ਫਸਲ ਬਚਣ ਲੱਗ ਪਈ। ਗੁਰੂ ਨੇ ਮੈਨੂੰ ਮੇਰੀਆਂ ਕਮਜ਼ੋਰੀਆਂ ਉਹ ਮੰਗੋਰੇ ਵਿਖਾ ਦਿੱਤੇ, ਜਿੱਥੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਹਿਰਨ ਆ ਕੇ ਸਤ ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ ਨੂੰ ਲੁੱਟਦੇ ਸਨ। ਕੰਨਾਂ ਰਾਹੀਂ ਨਿੰਦਿਆ ਸੁਣ ਕੇ ਇਸੇ ਪ੍ਰਕਾਰ ਬਾਕੀ ਇੰਦਰੀਆਂ ਦਾ ਦੁਰਉਪਯੋਗ ਮੈਂ ਕਰਦਾ ਸਾਂ, ਇਸ ਲਈ ਮੇਰੀ ਪੂੰਜੀ ਲੁੱਟੀ ਜਾਂਦੀ ਸੀ। ਗੁਰੂ ਨੇ ਮੈਨੂੰ ਦੱਸਿਆ ਵੀ ਇਹਨਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦਾ ਦੁਰਉਪਯੋਗ ਨਹੀਂ ਕਰਨਾ, ਸਦਉਪਯੋਗ ਕਰਨਾ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ। ਮੈਂ ਦਰਵਾਜ਼ੇ ਬੰਦ ਕਰ ਲਏ, ਨਿੰਦਾ ਸੁਣਨੀ ਬੰਦ ਕਰ ਦਿੱਤੀ। ਅੱਖਾਂ ਨਾਲ ਪਰਾਏ ਰੂਪ ਨੂੰ ਮੈਲਾ ਤੱਕਣਾ ਬੰਦ ਕਰ ਦਿੱਤਾ। ਰਸਨਾ ਨਾਲ ਝੂਠ ਬੋਲਣਾ ਬੰਦ ਕਰ ਦਿੱਤਾ। ਔਰ ਇਸੇ ਪ੍ਰਕਾਰ ਬਾਕੀ ਗਿਆਨ ਇੰਦਰੇ, ਕਰਮ ਇੰਦਰਿਆਂ ਦਾ ਮੈਂ ਦੁਰਉਪਯੋਗ ਬੰਦ ਕਰਕੇ ਸਦਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਊਭਾ ਕਰਿਆ। ਨਾ ਮਨ ਚਲੈ ਨਾ ਪੌਣ ਉਡਾਵੇ। ਹੁਣ ਵਾਸ਼ਨਾ ਰੂਪੀ ਹਵਾ ਮੇਰੇ ਮਨ ਰੂਪੀ ਪਤੰਗ ਨੂੰ ਨਹੀਂ ਉਡਾਉਂਦੀ, ਹੁਣ ਟਿਕ ਗਿਆ। ਜੋਗੀ ਸ਼ਬਦ ਅਨਾਹਦ ਵਾਵੇ। ਹੁਣ ਮੇਰਾ ਜੋਗ ਬਣ ਗਿਆ, ਮੈਂ ਜੋਗੀ ਬਣ ਗਿਆ। ਜਿਹੜਾ ਜੁੜ ਗਿਆ ਹੈ, ਜਿਹਦਾ ਜੋਗ ਬਣ ਗਿਆ, ਉਹ ਕੀ ਹੈ? ਜੋਗੀ। ਹੁਣ ਮੈਂ ਸੱਚੀ ਮੁੱਚੀ ਦਾ ਜੋਗੀ ਬਣ ਗਿਆ, ਆਟਾ ਮੰਗਣ ਵਾਲਾ ਜੋਗੀ ਨਹੀਂ। ਸੱਚੀ ਮੁੱਚੀ ਦਾ ਜੋਗੀ ਬਣ ਗਿਆ। ਤੇ ਸ਼ਬਦ ਅਨਾਹਦ ਵਾਵੇ, ਉਹ ਤੇ ਬਾਹਰੋਂ ਕਿੰਗਰੀ ਵਜਾਉਂਦਾ ਹੈ ਨਾ, ਮੇਰੇ ਅੰਦਰ ਅਨ ਆਹਟ ਕਿੰਗਰੀ, ਇਹ 5 ਤਰ੍ਹਾਂ ਦੇ ਸਾਜ਼ ਇਕੱਠੇ ਹੋ ਕੇ ਵੱਜਣ ਤੇ ਇੱਕ ਬੜਾ ਸੁੰਦਰ ਰਸ ਬਣਦਾ ਹੈ। ਹੁਣ ਮੇਰੇ ਅੰਦਰ ਉਹ ਸਾਜ਼ ਵੱਜਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪੰਚ ਸ਼ਬਦ ਚੁਨਕਾਰ ਨਿਰਾਲਮ। ਨਿਰਾਲਮ ਮੈਨੇ ਜਿਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਸਤਸੰਗ ਦੇ ਇੱਕ ਸ਼ਬਦ ਆਇਆ ਚੁਨਕਾਰ, ਝੱਜੇ ਨੂੰ ਔਂਕੜ, ਨਾਣਾ ਕੱਕੇ ਕੰਨਾ ਰਾਰਾ ਔਂਕੜ। ਇਹ ਜਿਹੜਾ ਕਾਰ ਹੈ ਨਾ, ਇਹ ਕਾਰ ਸ਼ਬਦ ਗੁਰਬਾਣੀ 'ਚ ਕਈ ਵਾਰ ਆਇਆ, ਔਰ ਜਿੱਥੇ ਵੀ ਆਇਆ ਹੈ ਇਹ ਕੰਟੀਨਿਊਲੀ ਲਈ ਆਇਆ ਹੈ। ਕਿਸੇ ਚੀਜ਼ ਨੂੰ ਜਿਵੇਂ ਨਿਰਤਕਾਰ, ਝਨਤਕਾਰ, ਇਸੇ ਪ੍ਰਕਾਰ ਹੋਰ ਵੀ ਆਇਆ। ਓੰਕਾਰ, ਉਹ ਵੀ ਇਸੇ ਸੈਂਸ 'ਚ। ਉੱਥੇ ਕੱਕੇ ਨੂੰ ਕੰਨਾ ਰਾਰਾ ਨਹੀਂ ਪਾਇਆ, ਲਾਂ ਨੂੰ ਇਦਾਂ ਵਾਇਆ ਹੈ, ਪਰ ਅਰਥ ਉੱਥੇ ਵੀ ਇਹਦੇ ਹੀ ਨੇ, ਲਗਾਤਾਰ। ਹੁਣ ਅਸੀਂ ਹੁਣ ਹਾਂ, ਆਉਣ ਵਾਲੇ ਸਮੇਂ 'ਚ ਨਹੀਂ, ਪਰ ਉਹ ਲਗਾਤਾਰ ਹੈ। ਨਿਰਤਕਾਰ ਕਿਹਨੂੰ ਕਹਿੰਦੇ ਨੇ? ਜਿਹੜਾ ਨੱਚੀ ਤੁਰਿਆ ਜਾਏ, ਨੱਚੀ ਤੁਰਿਆ ਜਾਏ, ਨੱਚੀ ਤੁਰਿਆ ਜਾਏ, ਨੱਚੀ ਹੋਈ ਤੁਰਿਆ ਜਾਏ, ਨੱਚੀ ਹੋਈ ਤੁਰਿਆ ਜਾਏ, ਬੰਦ ਕਰੇ ਹੀ ਨਾ। ਨਿਰਤਕਾਰ ਉਹ ਹੈ ਜਿਹੜਾ ਰੁਕ ਗਿਆ, ਉਹ ਨਿਰਤਕਾਰ ਨਹੀਂ ਹੈ। ਇਸੇ ਤਰ੍ਹਾਂ ਝਣਤਕਾਰ ਤੋਂ ਹਜ਼ੂਰ ਅੰਤ ਵਿੱਚ ਬਖਸ਼ਿਸ਼ ਕਰ ਰਹੇ ਨੇ, ਪੰਚ ਸ਼ਬਦ ਚੁਨਕਾਰ ਨਿਰਾਲਮ, ਪ੍ਰਭ ਆਪੇ ਵਾਏ ਸੁਣਾਇਆ। ਇਹ ਵਾਹਿਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰ ਅਨਹਦ ਨਾਦ ਆਪ ਹੀ ਵਜਾਇਆ, ਔਰ ਹੁਣ ਮੈਂ ਉਹਦੇ ਵਿੱਚ ਅੰਦਰੋਂ ਰਸ ਲੈ ਰਿਹਾ, ਆਨੰਦ ਲੈ ਰਿਹਾ ਵਾਂ। ਤੋ ਸਾਧ ਸੰਗਤ, ਇਹ ਗੁਰੂ ਨਾਨਕ ਸਾਹਿਬ ਦਾ 15 ਪਦਿਆਂ ਦਾ ਸ਼ਬਦ ਹੈ। ਵੈਸੇ ਇਹਦੇ ਸਿਰਲੇਖ 16 ਹੈ, 16 ਪਦਿਆਂ ਦੇ, ਕਿਤੇ 15 ਵੀ ਨੇ, ਕਿਤੇ 16 ਵੀ ਨੇ, ਕਿਤੇ 17 ਵੀ ਨੇ, ਪਰ ਅਮੂਮਨ 16 ਪਦਿਆਂ ਦੇ ਨੇ। ਤੋ ਇਹ ਅੱਜ ਗੁਰੂ ਕਿਰਪਾ ਤੇ ਤੁਹਾਡੀ ਸੀਸ ਨਾਲ 8ਵੇਂ ਪਦੇ ਦੀ ਵਿਚਾਰ ਹੋਈ ਹੈ। 9ਵੇਂ ਪਦੇ ਦੀ ਤੇ 10ਵੇਂ ਪਦੇ ਦੀ ਵਿਚਾਰ ਆਪਾਂ ਕੱਲ ਕਰਨ ਦਾ ਯਤਨ ਕਰਾਂਗੇ। ਕੱਲ ਤੱਕ ਹੀ ਦਾਸ ਦੀ ਹਾਜ਼ਰੀ ਹੈ। ਫਿਰ ਕਿਉਂਕਿ ਜਿਸ ਤਰ੍ਹਾਂ ਬਣੇ ਪ੍ਰੋਗਰਾਮ ਅਨੁਸਾਰ ਮਹੀਨੇ ਵਾਸਤੇ ਵਿਚਾਰਵਾਨ ਸੱਜਣ ਆਉਂਦੇ ਨੇ, ਦਾਸ ਨੇ ਕੈਲਗਰੀ ਗੁਰਮਤਿ ਵਿਚਾਰਾਂ ਵਾਸਤੇ, ਧਰਮ ਪ੍ਰਚਾਰ ਵਾਸਤੇ ਚਲੇ ਜਾਣਾ ਹੈ। ਔਰ ਇੱਥੇ ਫਿਰ ਜਿਸ ਤਰ੍ਹਾਂ ਪ੍ਰਬੰਧਕਾਂ ਵੱਲੋਂ ਲਗਾਤਾਰ ਪ੍ਰਚਾਰਕਾਂ ਨੂੰ ਲਾਈਨ ਵਿੱਚ ਰੱਖਿਆ ਜਾਂਦਾ ਹੈ, ਤਾਂ ਭਾਈ ਸਾਹਿਬ ਨੇ ਪਹੁੰਚ ਜਾਣਾ ਹੈ। 2 ਪਦੇ ਜਿਹੜੇ ਨੇ ਇਹ 16 ਦੇ, ਉਹਨਾਂ ਦੀ ਆਪਾਂ ਕੱਲ ਵਿਚਾਰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਭੁੱਲਾਂ ਗਲਤੀਆਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ ਸਿੰਘ ਸਾਹਿਬ ਜੀ ਸੱਜ ਗਏ ਨੇ। ਸੋ ਆਓ ਸਤਿਕਾਰਯੋਗ ਭਾਈ ਸਾਹਿਬ ਉਹਨਾਂ ਤੋਂ ਆਨੰਦ ਸਾਹਿਬ ਦੇ ਪਾਠ ਦਾ ਆਨੰਦ ਲਈਏ ਜੀ। ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।